Attention Outlook. जब लग घट महै दूजी आन, तौ लौ महल ना लाभै जान। जद तक ਮਨੁੱਖ ਦੇ ਮਨ ਵਿੱਚ ਦੂਜੀ ਆਨ, ਲੋਕ ਲਾਜ ਦਾ ਖਿਆਲ, ਦੁਨਿਆਵੀ ਇੱਜ਼ਤ ਆਦਿਕ ਦੀ ਵਾਸ਼ਨਾ ਹੈ, ਤਦ ਤੱਕ ਉਹ ਪ੍ਰਭੂ ਦੇ ਚਰਨਾਂ ਵਿੱਚ ਜੁੜ ਨਹੀਂ ਸਕਦਾ। ਪਰ ਜਿਸ ਪ੍ਰਕਾਰ ਕੇ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਜੋ ਆਪਾਂ ਪਿਛਲੇ ਅੰਗ ਦੀ ਬਾਣੀ ਦੇ ਵਿੱਚ ਕੀਤੀਆਂ, ਸਾਨੂੰ ਪ੍ਰਮਾਤਮਾ ਦਾ ਸਿਮਰਨ ਕਰਨ ਲਈ, ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਦੇ ਲਈ ਕਬੀਰ ਜੀ ਨੇ ਪ੍ਰੇਰਿਆ ਹੈ। ਅਗਲੀਆਂ ਦੋ ਪੰਕਤੀਆਂ ਦੇ ਵਿੱਚ ਉਹੀ ਗੱਲ ਕਰਦੇ ਹਨ। ਰਮਤ ਰਾਮ ਸਿਓ ਲਾਗੋ ਰੰਗ, ਕਹਿ ਕਬੀਰ ਤਬ ਨਿਰਮਲ ਅੰਗ। ਕਬੀਰ ਆਖਦਾ ਹੈ ਕਿ ਪ੍ਰਮਾਤਮਾ ਦਾ ਸਿਮਰਨ ਕਰਦਿਆਂ ਕਰਦਿਆਂ ਪ੍ਰਮਾਤਮਾ ਦੇ ਨਾਲ ਪਿਆਰ ਬਣ ਜਾਂਦਾ ਹੈ, ਅਤੇ ਜਦ ਇਹ ਪਿਆਰ ਬਣ ਗਿਆ ਤਦੋਂ ਸਾਡਾ ਸਰੀਰ ਪਵਿੱਤਰ ਹੋ ਜਾਂਦਾ ਹੈ, ਅੰਦਰ ਕੋਈ ਵਿਕਾਰਾਂ ਦੀ ਮੈਲ ਨਹੀਂ ਰਹਿ ਜਾਂਦੀ। ਰਾਗ ਗੌੜੀ ਚੇਤੀ ਬਾਣੀ ਨਾਮ ਦਿਓ ਜੀਓ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੇਵਾ ਪਾਹਨ ਤਾਰੀਅਲੇ, ਰਾਮ ਕਹਿਤ ਜਨ ਕਸ ਨਾ ਤਰੇ ਰਹਾਓ। ਪਹਿਲੀ ਜੋ ਪੰਕਤੀ ਹੈ ਉਹਦੇ ਵਿੱਚ ਉਸ ਘਟਨਾ ਦਾ ਜ਼ਿਕਰ ਹੋ ਰਿਹਾ ਹੈ ਜਦੋਂ ਸ਼੍ਰੀ ਰਾਮ ਤੇ ਉਹਨਾਂ ਦੀ ਸੈਨਾ ਨੇ ਸਮੁੰਦਰ ਦੇ ਵਿੱਚ ਪੱਥਰ ਸੁੱਟੇ ਸਨ, ਜਿਨ੍ਹਾਂ ਪੱਥਰਾਂ ਦੇ ਉੱਪਰ ਰਾਮ ਦਾ ਨਾਮ ਲਿਖਿਆ ਹੋਇਆ ਸੀ, ਤੇ ਸਮੁੰਦਰ ਦੇ ਵਿੱਚ ਡੁੱਬਣ ਦੀ ਬਜਾਏ ਉਹਨਾਂ ਪੱਥਰਾਂ ਦਾ ਪੁਲ ਬਣ ਗਿਆ ਸੀ। ਭਗਤ ਨਾਮਦੇਵ ਜੀ ਕਹਿ ਰਹੇ ਨੇ ਕਿ ਹੇ ਪ੍ਰਭੂ, ਉਹ ਪੱਥਰ ਵੀ ਸਮੁੰਦਰ ਉੱਤੇ ਤੂੰ ਤਰਾ ਦਿੱਤੇ ਜਿਨ੍ਹਾਂ ਦੇ ਉੱਤੇ ਤੇਰਾ ਨਾਮ ਲਿਖਿਆ ਹੋਇਆ ਸੀ। ਰਾਮ ਕਹਿਤ ਜਨ ਕਸ ਨਾ ਤਰੇ, ਤਾਂ ਜੋ ਮਨੁੱਖ ਤੇਰਾ ਨਾਮ ਜਪਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਕਿਉਂ ਨਹੀਂ ਲੰਘੇਗਾ, ਉਹ ਸੰਸਾਰ ਸਮੁੰਦਰ ਕਿਉਂ ਨਹੀਂ ਤਰੇਗਾ। ਤਾਰੀਲੇ ਗਨਿਕਾ ਬਿਨ ਰੂਪ ਕੁਬਿਜਾ, ਬਿਆਦ ਅਜਾਮਲ ਤਾਰੀਅਲੇ। ਇਸ ਪੰਕਤੀ ਦੇ ਵਿੱਚ ਤਿੰਨ ਵੱਖ-ਵੱਖ ਇਨਸਾਨਾਂ ਦਾ ਜ਼ਿਕਰ ਹੈ, ਗਨਿਕਾ, ਕੁਬਿਜਾ ਤੇ ਅਜਾਮਲ। ਗਨਿਕਾ ਇੱਕ ਵੇਸਵਾ ਸੀ ਜਿਸ ਨੂੰ ਇੱਕ ਦਿਨ ਕੋਈ ਸੰਤ ਪੁਰਖ ਇੱਕ ਤੋਤਾ ਦੇ ਜਾਂਦੇ ਹਨ ਜੋ ਰਾਮ ਰਾਮ ਜਪਦਾ ਹੈ, ਤੇ ਉਪਦੇਸ਼ ਵੀ ਕਰਕੇ ਜਾਂਦੇ ਹਨ। ਸੰਤ ਪੁਰਖ ਦੇ ਉਪਦੇਸ਼ ਨੂੰ ਸੁਣ ਕੇ ਉਸ ਵੇਸਵਾ ਦਾ ਹਿਰਦਾ ਪਰਿਵਰਤਨ ਹੋ ਜਾਂਦਾ ਹੈ। ਜੋ ਵਿਕਾਰਾਂ ਦੇ ਵਿੱਚ ਡੁੱਬੀ ਹੋਈ ਸੀ ਉਹ ਵਿਕਾਰਾਂ ਦੇ ਵਿੱਚੋਂ ਨਿਕਲ ਜਾਂਦੀ ਹੈ। ਕੁਬਿਜਾ ਇੱਕ ਜਵਾਨ ਲੜਕੀ ਸੀ ਜੋ ਕੰਸ ਦੀ ਗੋਲੀ ਸੀ, ਪਰ ਉਹ ਕੁੱਬੀ ਸੀ। ਇੱਕ ਦਿਨ ਉਹ ਕੰਸ ਵਾਸਤੇ ਸੁਗੰਧੀ ਦਾ ਸਮਾਨ ਲੈਣ ਲਈ ਗਈ ਹੋਈ ਸੀ, ਅਤਰ ਆਦਿਕ ਲੈਣ ਲਈ ਗਈ ਸੀ। ਰਸਤੇ ਦੇ ਵਿੱਚ ਉਹਨੂੰ ਕ੍ਰਿਸ਼ਨ ਜੀ ਮਿਲਦੇ ਹਨ ਤੇ ਉਹ ਕ੍ਰਿਸ਼ਨ ਜੀ ਨੂੰ ਵੀ ਥੋੜ੍ਹੀ ਜਿਹੀ ਸੁਗੰਧੀ ਦੇ ਦਿੰਦੀ ਹੈ। ਇਸ 'ਤੇ ਖੁਸ਼ ਹੋ ਕੇ ਕ੍ਰਿਸ਼ਨ ਜੀ ਉਸ ਦਾ ਕੁੱਬ ਦੂਰ ਕਰ ਦਿੰਦੇ ਹਨ ਤੇ ਉਹ ਇੱਕ ਬੜੀ ਸੋਹਣੀ ਇਸਤਰੀ ਬਣ ਜਾਂਦੀ ਹੈ। ਤੇ ਤੀਸਰਾ ਅਜਾਮਲ, ਜਿਹਨੂੰ ਕ੍ਰਿਸ਼ਨ ਜੀ ਨੇ ਤਾਰਿਆ। ਅੱਗੇ ਚਰਨ ਬਦਿਕ ਜਨ ਤਿਉ ਮੁਕਤ ਭਏ। ਚਰਨ ਬਦਿਕ ਭਾਵ ਉਹ ਸ਼ਿਕਾਰੀ ਜਿਸਨੇ ਕ੍ਰਿਸ਼ਨ ਜੀ ਦੇ ਪੈਰਾਂ 'ਤੇ ਨਿਸ਼ਾਨਾ ਮਾਰਿਆ ਸੀ, ਉਹਨੂੰ ਵੀ ਕ੍ਰਿਸ਼ਨ ਜੀ ਨੇ ਮਾਫ ਕਰ ਦਿੱਤਾ, ਤਾਰ ਦਿੱਤਾ। ਤੇ ਇਸੇ ਪ੍ਰਕਾਰ ਹੀ ਹੋਰ ਕਈ ਵਿਕਾਰਾਂ ਦੇ ਵਿੱਚ ਡੁੱਬੇ ਹੋਏ ਇਨਸਾਨਾਂ ਨੂੰ ਕ੍ਰਿਸ਼ਨ ਜੀ ਨੇ ਵਿਕਾਰਾਂ ਦੇ ਵਿੱਚੋਂ ਕੱਢ ਦਿੱਤਾ। ਹਉ ਬਲ ਬਲ ਜਿਨ ਰਾਮ ਕਹੀ। ਭਗਤ ਜੀ ਕਹਿੰਦੇ ਕਿ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਜੋ ਪ੍ਰਭੂ ਰਾਮ ਨੂੰ ਸਿਮਰਦੇ ਹਨ। ਦਾਸੀ ਸੁਤ ਜਨ ਬਿਦਰ ਸੁਦਾਮਾ, ਉਗਰ ਸੈਨ ਕੋ ਰਾਜ ਦੀਏ। ਇੱਥੇ ਫਿਰ ਤਿੰਨ ਹੋਰ ਇਨਸਾਨਾਂ ਦਾ ਜ਼ਿਕਰ ਹੈ। ਦਾਸੀ ਸੁਤ ਜਾਣੀ ਗੋਲੀ ਦਾ ਪੁੱਤਰ, ਜਿਸ ਦਾ ਨਾਮ ਬਿਦਰ ਸੀ, ਜੋ ਕਿ ਕ੍ਰਿਸ਼ਨ ਜੀ ਦੇ ਭਗਤ ਦੇ ਰੂਪ ਦੇ ਵਿੱਚ ਪ੍ਰਸਿੱਧ ਹੋਇਆ। ਸੁਦਾਮਾ ਜੋ ਕ੍ਰਿਸ਼ਨ ਜੀ ਦਾ ਦੋਸਤ ਸੀ ਤੇ ਕਾਫੀ ਗਰੀਬ ਸੀ, ਜਿਸ ਨੂੰ ਕ੍ਰਿਸ਼ਨ ਜੀ ਨੇ ਸ਼ੋਭਾ ਬਖਸ਼ੀ, ਸੰਪत्ति ਬਖਸ਼ੀ। ਤੇ ਉਗਰਸੈਨ ਕੰਸ ਦਾ ਪਿਓ ਸੀ। ਕੰਸ ਨੇ ਆਪਣੇ ਪਿਓ ਨੂੰ ਹੀ ਤਖਤ ਤੋਂ ਲਾ ਦਿੱਤਾ ਸੀ ਤੇ ਕ੍ਰਿਸ਼ਨ ਜੀ ਨੇ ਉਗਰਸੈਨ ਨੂੰ ਉਹਦਾ ਰਾਜ ਵਾਪਸ ਦਿਵਾਇਆ ਸੀ। ਪਰ ਉਪਕਾਰ ਕ੍ਰਿਸ਼ਨ ਜੀ ਨੇ ਇਹਨਾਂ ਇਨਸਾਨਾਂ ਦੇ ਉੱਪਰ ਕੀਤੇ। ਜਪਹੀਨ ਤਪਹੀਨ ਕੁਲਹੀਨ ਕਰਮਹੀਨ, ਨਾਮੇ ਕੇ ਸੁਆਮੀ ਤੇਉ ਤਰੇ। ਇਸ ਸਾਰੇ ਸ਼ਬਦ ਦੇ ਵਿੱਚੋਂ ਜੋ ਮਹੱਤਵਪੂਰਨ ਸੰਦੇਸ਼, ਮਹੱਤਵਪੂਰਨ ਸਿੱਖਿਆ ਹੈ ਉਹ ਇਸ ਪੰਕਤੀ ਦੇ ਵਿੱਚ ਹੈ ਕਿ ਇਹ ਸਾਰੇ ਜੋ ਇਨਸਾਨ ਜਿਨ੍ਹਾਂ ਦੇ ਉੱਪਰ ਕ੍ਰਿਸ਼ਨ ਜੀ ਨੇ, ਰਾਮ ਜੀ ਨੇ ਦਇਆ ਕੀਤੀ ਪਰ ਉਪਕਾਰ ਕੀਤਾ, ਇਹਨਾਂ ਨੇ ਨਾ ਜਪ ਕੀਤਾ ਸੀ, ਨਾ ਤਪ ਕੀਤਾ ਸੀ, ਨਾ ਇਹਨਾਂ ਦੀ ਕੋਈ ਉੱਚੀ ਕੁਲ ਸੀ ਤੇ ਨਾ ਹੀ ਚੰਗੇ ਕਰਮ ਸੀ।
ਪਰ ਫਿਰ ਵੀ ਪਰਮਾਤਮਾ ਦੀ ਮਿਹਰ ਇਹਨਾਂ ਦੇ ਉੱਤੇ ਹੋਈ। ਜਦ ਹੁੰਦੀ ਹੈ ਤੇ ਇਨਸਾਨ ਚੰਗੇ ਪਾਸੇ ਨੂੰ ਆਪਣੇ ਆਪ ਹੀ ਲੱਗ ਜਾਂਦਾ ਹੈ। ਇਹ ਕਹਿ ਸਕਦੇ ਹਾਂ ਕਿ ਜਦੋਂ ਕੋਈ ਇਨਸਾਨ ਮਾੜੇ ਪਾਸੇ ਲੱਗਿਆ ਹੋਇਆ ਹੈ, ਬੁਰੇ ਕੰਮਾਂ ਦੇ ਵਿੱਚ ਪਿਆ ਹੋਇਆ ਹੈ, ਉਹਦਾ ਉਸ ਬੁਰੇ ਪਾਸਿਓਂ ਹਟ ਕੇ ਚੰਗੇ ਵੱਲ ਨੂੰ ਮੂੰਹ ਕਰਨਾ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਸੰਭਵ ਨਹੀਂ ਹੈ। ਪਰਮਾਤਮਾ ਦੀ ਕਿਰਪਾ ਹੋਏਗੀ ਤਾਂ ਹੀ ਉਹ ਚੰਗੇ ਪਾਸੇ ਵੱਲ ਨੂੰ ਮੁੱਖ ਕਰੇਗਾ। ਰਾਗ ਗੌੜੀ ਰਵਿਦਾਸ ਜੀ ਕੇ ਪਦੇ, ਗੌੜੀ ਗਵਾਰੇ ਰੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੁਭਾਂਤੀ। ਰਾਮ ਗਸਈਆਂ ਜੀ ਕੇ ਜੀਵਨਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ ਰਹਾਉ। ਰਹਾਉ ਵਾਲੀਆਂ ਪੰਕਤੀਆਂ ਦੀ ਵਿਆਖਿਆ ਪਹਿਲਾਂ ਕਰਦੇ ਹਾਂ। ਭਗਤ ਰਵਿਦਾਸ ਜੀ ਕਹਿੰਦੇ, ਹੇ ਮੇਰੇ ਰਾਮ, ਹੇ ਮੇਰੇ ਰਾਮ, ਹੇ ਧਰਤੀ ਦੇ ਸਾਈਂ, ਹੇ ਮੇਰੀ ਜਿੰਦ ਦੇ ਆਸਰੇ, ਮੈਨੂੰ ਨਾ ਵਿਸਾਰੀ, ਮੈਂ ਤੇਰਾ ਦਾਸ ਹਾਂ। ਹੇ ਪ੍ਰਭੂ, ਦਿਨ ਰਾਤ ਮੈਨੂੰ ਇਹ ਸੋਚ ਰਹਿੰਦੀ ਹੈ, ਸੋਚ ਦਿਨ ਰਾਤੀ ਇਹ ਮੈਨੂੰ ਫਿਕਰ ਰਹਿੰਦਾ ਹੈ ਕਿ ਮੇਰਾ ਕੀ ਬਣੇਗਾ, ਕਿਉਂਕਿ ਮੇਰੀ ਸੰਗਤ ਪੋਚ, ਮਾੜਿਆਂ ਦੇ ਨਾਲ ਮੇਰੀ ਬਹਿਣੀ ਉੱਠਣੀ ਹੈ, ਮੇਰੀ ਸੰਗਤ ਨੀਚ ਹੈ, ਮੇਰਾ ਕਰਮ ਕੁਟਿਲਤਾ ਖੋਟ ਮੇਰਾ ਨਿਤ ਕਰਮ ਹੈ, ਜਨਮ ਕੁਭਾਂਤੀ ਤੇ ਮੇਰਾ ਜਨਮ ਵੀ ਨੀਵੀਂ ਜਾਤ ਵਿੱਚੋਂ ਹੈ। ਅੱਗੇ ਅਰਜ਼ੋਈ ਕਰਦੇ ਹਨ, ਕਹਿੰਦੇ ਮੇਰੀ ਹਰਹੋ ਵਿਪਤ ਜਨ ਕਰੋ ਸੁਭਾਈ, ਚਰਨ ਨਾ ਛਾਡੋ ਸਰੀਰ ਕਲ ਜਾਈ। ਕਿ ਹੇ ਪ੍ਰਭੂ, ਮੇਰੀ ਇਹ ਵਿਪਤਾ ਕੱਟ ਦੇ, ਮੈਨੂੰ ਸੇਵਕ ਨੂੰ ਚੰਗੀ ਭਾਵਨਾ ਵਾਲਾ ਬਣਾ ਲੈ, ਚਾਹੇ ਮੇਰੇ ਸਰੀਰ ਦੀ ਸੱਤਿਆ ਵੀ ਚਲੀ ਜਾਵੇ। ਹੇ ਰਾਮ, ਮੈਂ ਤੇਰੇ ਚਰਨ ਨਹੀਂ ਛੱਡਾਂਗਾ। ਕਉ ਰਵਿਦਾਸ ਪਰੋ ਤੇਰੀ ਸਾਂਭਾ, ਬੇਗ ਮਿਲੋ ਜਨ ਕਰ ਨਾ ਬਿਲਾਂਭਾ। ਹੇ ਰਵਿਦਾਸ, ਪ੍ਰਭੂ ਦੇ ਦਰ ਤੇ ਆਖ, ਹੇ ਪ੍ਰਭੂ, ਮੈਂ ਤੇਰੀ ਸ਼ਰਨ ਪਿਆ ਹਾਂ, ਮੈਨੂੰ ਸੇਵਕ ਨੂੰ ਛੇਤੀ ਮਿਲੋ, ਢਿੱਲ ਨਾ ਕਰੋ। ਸੋ ਪੂਰੇ ਸ਼ਬਦ ਦੇ ਵਿੱਚ ਭਗਤ ਰਵਿਦਾਸ ਜੀ ਪਰਮਾਤਮਾ ਦੇ ਅੱਗੇ ਅਰਜ਼ੋਈ ਕਰਦੇ ਹਨ ਕਿ ਹੇ ਪਰਮਾਤਮਾ, ਮੇਰੀ ਸੰਗਤ ਵੀ ਮਾੜੀ ਹੈ, ਮੇਰਾ ਜਨਮ ਵੀ ਨੀਵੀਂ ਜਾਤ ਦੇ ਵਿੱਚ ਹੋਇਆ ਹੈ, ਮੇਰੇ ਕਰਮ ਵੀ ਖੋਟੇ ਨੇ, ਮੈਨੂੰ ਇਸ ਸਭ ਦੇ ਵਿੱਚੋਂ ਕੱਢ, ਮੇਰੀ ਇਸ ਵਿਪਤਾ ਨੂੰ ਕੱਟ, ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ। ਕਿਤੇ ਨਾ ਕਿਤੇ ਆਪਣੇ ਆਪ ਨੂੰ ਪਰਮਾਤਮਾ ਦੇ ਅੱਗੇ ਨਿਸ਼ਾਵਰ ਕਰ ਰਹੇ ਹਨ। ਬੇਗਮਪੁਰਾ ਸ਼ਹਿਰ ਕੋ ਨਾਉ, ਦੂਖ ਅੰਦੋ ਨਹੀਂ ਤਿਹ ਠਾਉ। ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਦੁਨੀਆ ਦੇ ਵਿੱਚ ਲੋਕਾਂ ਨੇ ਕਈ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇ ਦਿੱਤਾ ਹੈ। ਕਈ ਸ਼ਹਿਰਾਂ ਨੂੰ ਸਵਰਗ ਮੰਨਿਆ ਜਾਂਦਾ ਹੈ, ਜਾਂ ਇਹ ਕਹਿ ਲਓ ਕਿ ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਸ਼ਹਿਰਾਂ ਦੇ ਵਿੱਚ ਵਸਣ ਵਾਲੇ ਲੋਕ ਸਵਰਗਾਂ ਦੇ ਵਾਸੀ ਬਣਦੇ ਹਨ ਮੌਤ ਤੋਂ ਬਾਅਦ। ਇੱਥੇ ਭਗਤ ਰਵਿਦਾਸ ਜੀ ਸਾਡੇ ਮਨ ਦੇ ਵਿੱਚ ਇੱਕ ਸ਼ਹਿਰ ਵਸਾਉਣ ਦੀ ਗੱਲ ਕਰਦੇ ਨੇ, ਤੇ ਉਸ ਸ਼ਹਿਰ ਦਾ ਨਾਮ ਰੱਖਦੇ ਨੇ ਬੇਗਮਪੁਰਾ। ਉਹ ਸ਼ਹਿਰ ਜਿੱਥੇ ਗਮ ਨਹੀਂ ਹੈ, ਉਹ ਸ਼ਹਿਰ ਉਸ ਅਵਸਥਾ ਨੂੰ, ਸਥਿਰ ਅਵਸਥਾ ਨੂੰ ਕਿਹਾ ਗਿਆ ਹੈ, ਜਿੱਥੇ ਜਦ ਇਨਸਾਨ ਪਹੁੰਚ ਜਾਏ ਤੇ ਕੋਈ ਗਮ ਰਹਿ ਨਹੀਂ ਜਾਂਦਾ। ਦੁੱਖ ਅੰਦੋ, ਅੰਦੋ ਤੋਂ ਭਾਵ ਚਿੰਤਾ, ਨਾ ਉੱਥੇ ਕੋਈ ਦੁੱਖ ਹੈ ਨਾ ਹੀ ਕੋਈ ਚਿੰਤਾ। ਨਾ ਤਸਵੀਸ, ਤਸਵੀਸ ਜਾਣੀ ਘਬਰਾਹਟ, ਖਿਰਾਜ ਟੈਕਸ ਕਰ, ਮਾਲ ਜਾਇਦਾਦ। ਸੋ ਉਸ ਸ਼ਹਿਰ ਦੇ ਵਿੱਚ ਜਿਹੜੇ ਵਸਦੇ ਹਨ ਉਹਨਾਂ ਨੂੰ ਨਾ ਕੋਈ ਦੁੱਖ ਹੈ, ਨਾ ਕੋਈ ਚਿੰਤਾ, ਨਾ ਘਬਰਾਹਟ, ਨਾ ਹੀ ਉੱਥੇ ਦੁਨੀਆ ਵਾਲੀ ਕੋਈ ਜਾਇਦਾਦ ਹੈ ਤੇ ਨਾ ਹੀ ਉਸ ਜਾਇਦਾਦ ਦੇ ਉੱਪਰ ਲੱਗਣ ਵਾਲਾ ਕਰ ਹੈ। ਖੌਫ ਨਾ ਖਤਾ, ਉਸ ਅਵਸਥਾ ਦੇ ਵਿੱਚ ਕਿਸੇ ਪਾਪ ਕਰਮ ਕਰਨ ਦਾ ਖਤਰਾ ਨਹੀਂ, ਕੋਈ ਡਰ ਨਹੀਂ, ਕੋਈ ਗਿਰਾਵਟ ਨਹੀਂ। ਅਬ ਮੋਹੇ ਖੂਬ ਵਤਨ ਗਾ ਪਾਈ, ਊਹਾਂ ਖੈਰ ਸਦਾ ਮੇਰੇ ਭਾਈ ਰਹਾਓ। ਹੀ ਮੇਰੇ ਵੀਰ, ਹੁਣ ਮੈਂ ਵਸਣ ਲਈ ਸੋਹਣੀ ਥਾਂ ਲੱਭ ਲਈ ਹੈ, ਉੱਥੇ ਸਦਾ ਸੁੱਖ ਹੀ ਸੁੱਖ ਹੈ। ਉਹ ਵਾਲੀ ਆਤਮਿਕ ਅਵਸਥਾ, ਸਥਿਰਤਾ ਵਾਲੀ ਆਤਮਿਕ ਅਵਸਥਾ ਭਗਤ ਜੀ ਕਹਿੰਦੇ ਕਿ ਮੈਂ ਹਾਸਲ ਕਰ ਲਈ ਹੈ। ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੋ ਆਹੀ।
ਆਬਾ ਦਾਨ ਸਦਾ ਮਸ਼ਹੂਰ, ਊਹਾਂ ਗਨੀ ਵਸੈ ਮਾਮੂਰ। ਇਹ ਜੋ ਆਤਮਿਕ ਅਵਸਥਾ ਹੈ, ਇਹ ਇੱਕ ਅਜਿਹੀ ਪਾਤਸ਼ਾਹੀ ਹੈ ਜੋ ਸਦਾ ਹੀ ਕਾਇਮ ਰਹਿਣ ਵਾਲੀ ਹੈ, ਸਦਾ ਟਿਕੀ ਰਹਿਣ ਵਾਲੀ ਹੈ। ਇੱਕ ਵਾਰ ਜਦ ਅਸੀਂ ਸਥਿਰਤਾ ਵਾਲੀ ਆਤਮਿਕ ਅਵਸਥਾ ਹਾਸਲ ਕਰ ਲਈਏ ਤੇ ਫਿਰ ਕਦੇ ਵੀ ਉਹ ਆਤਮਿਕ ਅਵਸਥਾ ਸਾਡੇ ਤੋਂ ਖੁੱਸਦੀ ਨਹੀਂ, ਸਦਾ ਕਾਇਮ ਰਹਿਣ ਵਾਲੀ ਪਾਤਸ਼ਾਹੀ ਹੈ। ਦੋਮ ਨਾ ਸੇਮ ਏਕ ਸੋ ਆਹੀ। ਉਸ ਅਵਸਥਾ ਦੇ ਵਿੱਚ ਕੋਈ ਦੂਜਾ ਤੀਜਾ ਦਰਜਾ ਨਹੀਂ, ਸਭ ਹੀ ਇੱਕੋ ਜਿਹੇ ਹਨ। ਆਬਾਦਾਨ ਸਦਾ ਮਸ਼ਹੂਰ, ਉਹ ਸ਼ਹਿਰ ਸਦਾ ਹੀ ਉੱਗਾ ਹੈ ਤੇ ਵਸਦਾ ਹੈ। ਊਹਾਂ ਗਨੀ ਵਸੈ ਮਾਮੂਰ, ਉੱਥੇ ਧਨੀ ਤੇ ਰੱਜੇ ਹੋਏ ਬੰਦੇ ਵਸਦੇ ਹਨ। ਪਿਛਲੀਆਂ ਪੰਕਤੀਆਂ ਦੇ ਵਿੱਚ ਗੱਲ ਹੋਈ ਸੀ ਕਿ ਉੱਥੇ ਜਾਇਦਾਦ ਕੋਈ ਨਹੀਂ, ਤੇ ਇੱਥੇ ਗੱਲ ਹੋ ਰਹੀ ਹੈ ਕਿ ਉੱਥੇ ਧਨੀ ਲੋਕ ਵਸਦੇ ਨੇ। ਇਹ ਜੋ ਧਨੀ ਹਨ, ਇਹ ਜੋ ਰੱਜੇ ਹੋਏ ਹਨ, ਇਹ ਜਾਇਦਾਦ ਪੱਖੋਂ ਧਨੀ ਤੇ ਜਾਇਦਾਦ ਪੱਖੋਂ ਰੱਜੇ ਹੋਏ ਨਹੀਂ, ਇਹ ਪਰਮਾਤਮਾ ਦੀ ਬਖਸ਼ਿਸ਼ ਵੱਲੋਂ ਹੀ ਰੱਜੇ ਹੋਏ ਨੇ। ਇਹਨਾਂ ਦੇ ਵਿੱਚ ਸਬਰ ਬਹੁਤ ਹੈ। ਜੋ ਇਸ ਵੇਗਮਪੁਰਾ ਸ਼ਹਿਰ ਦੇ ਵਾਸੀ ਹਨ, ਜੋ ਸਥਿਰਤਾ ਦੀ ਅਵਸਥਾ ਨੂੰ ਹਾਸਲ ਕਰ ਲੈਂਦੇ ਹਨ, ਉਹਨਾਂ ਦੇ ਵਿੱਚ ਸਬਰ ਆ ਜਾਂਦਾ ਹੈ। ਤਿਉਂ ਤਿਉਂ ਸੈਲ ਕਰੈ ਜਿਉ ਭਾਵੈ। ਉਸ ਆਤਮਿਕ ਸ਼ਹਿਰ ਵਿੱਚ ਅੱਪੜੇ ਹੋਏ ਬੰਦੇ ਉਸ ਅਵਸਥਾ ਵਿੱਚ ਆਨੰਦ ਨਾਲ ਵਿਚਰਦੇ ਹਨ। ਜਿਵੇਂ ਉਹਨਾਂ ਦਾ ਦਿਲ ਕਰਦਾ ਹੈ ਉਵੇਂ ਹੀ ਆਪਣਾ ਜੀਵਨ ਬਤੀਤ ਕਰਦੇ ਹਨ। ਕਿਸੇ ਤੋਂ ਪ੍ਰਭਾਵਿਤ ਨਹੀਂ ਹੁੰਦੇ, ਕਿਸੇ ਨੂੰ ਪ੍ਰਭਾਵਿਤ ਨਹੀਂ ਕਰਨ ਦੀ ਕੋਸ਼ਿਸ਼ ਕਰਦੇ, ਆਪਣੀ ਹੀ ਲੈ ਦੇ ਵਿੱਚ ਰਹਿੰਦੇ ਹਨ। ਮਹਿਰਮ ਮਹਿਲ ਨਾ ਕੋ ਅਟਕਾਵੈ। ਉਹ ਉਸ ਰੱਬੀ ਮਹਿਲ ਦੇ ਭੇਤੀ ਹੁੰਦੇ ਹਨ, ਇਸ ਵਾਸਤੇ ਉਹਨਾਂ ਦੇ ਰਾਹ ਦੇ ਵਿੱਚ ਕੋਈ ਰੋਕ ਨਹੀਂ ਪਾ ਸਕਦਾ। ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਚਮਿਆਰ ਰਵਿਦਾਸ, ਜਿਸਨੇ ਦੁੱਖ ਅੰਦੋ ਤਸ਼ਵੀਸ਼ ਘਬਰਾਹਟ ਡਰ ਆਦਿਕ ਤੋਂ ਖਲਾਸੀ ਪਾ ਲਈ ਹੈ, ਉਹ ਆਖਦਾ ਹੈ ਕਿ ਸਾਡਾ ਮਿੱਤਰ ਉਹ ਹੈ ਜੋ ਸਾਡੇ ਨਾਲ ਇਸ ਸ਼ਹਿਰ ਦੇ ਵਿੱਚ ਵਸਦਾ ਹੈ। ਜੋ ਹਮ ਸ਼ਹਿਰੀ ਤੋਂ ਭਾਵ ਕਿ ਜੋ ਉਸੇ ਸ਼ਹਿਰ ਦੇ ਵਿੱਚ ਵਸਦਾ, ਜਿਹੜੇ ਸ਼ਹਿਰ ਦੇ ਵਿੱਚ ਮੈਂ ਵਸਦਾ ਹਾਂ, ਉਸੇ ਆਤਮਿਕ ਅਵਸਥਾ ਨੂੰ ਹਾਸਲ ਕਰ ਚੁੱਕਿਆ, ਜਿਹੜੀ ਨੂੰ ਮੈਂ ਕਰ ਚੁੱਕਿਆ, ਉਹ ਸਾਡਾ ਮਿੱਤਰ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੌੜੀ ਬੈਰਾਗਣ ਰਵਿਦਾਸ ਜੀਓ। ਘਟ ਅਵ ਘਟ ਡੂੰਗਰ ਘਣਾ, ਇੱਕ ਨਿਰਗੁਣ ਬੈਲ ਹਮਾਰ। ਰਮਈਏ ਸਿਓ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਕੋ ਬਨਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਰਹਾਉ ਵਾਲੀ ਪੰਕਤੀ ਦੇ ਅਰਥ ਪਹਿਲਾਂ ਕਰਦੇ ਹਾਂ। ਹੇ ਭਾਈ, ਜੇ ਸੋਹਣੇ ਪ੍ਰਭੂ ਦੀ ਕਿਰਪਾ ਨਾਲ ਪ੍ਰਭੂ ਦੇ ਨਾਮ ਦਾ ਵਣਜ ਕਰਨ ਵਾਲਾ ਕੋਈ ਬੰਦਾ ਮੈਨੂੰ ਮਿਲ ਪਏ ਤਾਂ ਮੇਰਾ ਮਾਲ ਵੀ ਲੱਦਿਆ ਜਾ ਸਕੇ। ਭਾਵ ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਕੋਈ ਗੁਰਮੁਖ ਮੈਨੂੰ ਮਿਲ ਜਾਏ ਤਾਂ ਮੈਂ ਵੀ ਨਾਮ ਧਨ ਹਾਸਲ ਕਰ ਸਕਾਂ। ਅੱਗੇ ਕਹਿੰਦੇ ਘਟ ਅਵ ਘਟ ਡੂੰਗਰ ਘਣਾ, ਇੱਕ ਨਿਰਗੁਣ ਬੈਲ ਹਮਾਰ। ਪ੍ਰਭੂ ਦਾ ਨਾਮ ਧਨ ਜੇ ਮੈਨੂੰ ਮਿਲ ਵੀ ਗਿਆ ਤਾਂ ਮੇਰਾ ਮਨ ਇੱਕ ਮਾੜਾ ਜਿਹਾ ਬੈਲ ਹੈ, ਜਿਹਦੇ ਤੇ ਮੈਂ ਪ੍ਰਭੂ ਦੇ ਨਾਮ ਧਨ ਨੂੰ ਲੱਦਣਾ ਹੈ। ਲੱਦ ਕੇ ਬੜੇ ਹੀ ਔਖੇ ਪਹਾੜੀ ਰਸਤੇ ਦੇ ਵਿੱਚੋਂ ਲੰਘਣਾ ਹੈ। ਕਹਿਣ ਤੋਂ ਭਾਵ ਕਿ ਨਾਮ ਧਨ ਨੂੰ ਸੰਭਾਲ ਕੇ ਰੱਖਣਾ ਬੜਾ ਔਖਾ ਹੈ, ਆਪਣੇ ਮਨ ਦੇ ਵਿੱਚ ਸੰਭਾਲਣਾ ਬੜਾ ਔਖਾ ਹੈ। ਇਸੇ ਲਈ ਸਾਨੂੰ ਪ੍ਰਮਾਤਮਾ ਦੀ ਸਹਾਇਤਾ ਦੀ ਬਹੁਤ ਲੋੜ ਹੈ, ਪ੍ਰਮਾਤਮਾ ਦੀ ਮਿਹਰ ਦੀ ਬਹੁਤ ਲੋੜ ਹੈ। ਰਮਈਏ ਸਿਓ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਇਸੇ ਲਈ ਹੀ ਪ੍ਰਭੂ ਦੇ ਅੱਗੇ ਮੇਰੀ ਅਰਜ਼ੋਈ ਹੈ ਕਿ ਹੇ ਪ੍ਰਭੂ, ਮੇਰੀ ਰਾਸ ਪੂੰਜੀ ਦੀ ਤੂੰ ਆਪ ਹੀ ਰੱਖਿਆ ਕਰ। ਮੇਰੇ ਵੱਸ ਦੀ ਗੱਲ ਨਹੀਂ ਕਿ ਮੈਂ ਤੇਰੇ ਨਾਮ ਧਨ ਰੂਪੀ ਰਾਸ ਪੂੰਜੀ ਨੂੰ ਖੁਦ ਬਚਾ ਸਕਾਂ। ਹਉ ਬਨਜਾਰੋ ਰਾਮ ਕੋ, ਸਹਿਜ ਕਰੋ ਵਾਪਾਰ। ਮੈਂ ਰਾਮ ਨਾਮ ਧਨ ਲਾਦਿਆ, ਬਿਖਲਾਦੀ ਸੰਸਾਰ। ਭਗਤ ਰਵਿਦਾਸ ਜੀ ਕਹਿੰਦੇ ਕਿ ਮੈਂ ਤੇ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ। ਮੈਂ ਇਹ ਐਸਾ ਵਪਾਰ ਕਰ ਰਿਹਾ ਹਾਂ ਜਿਸ ਵਿੱਚੋਂ ਸਹਿਜ ਅਵਸਥਾ ਮੈਨੂੰ ਲਾਭ ਮਿਲਣਾ ਹੈ। ਮੇਰੀ ਕਮਾਈ ਸਹਿਜ ਅਵਸਥਾ ਹੋਣੀ ਹੈ। ਮੈਂ ਆਪਣੇ ਗਿਆਨ ਇੰਦਰੀਆਂ ਤੇ ਆਪਣੇ ਮਨ ਰੂਪੀ ਬੈਲ ਦੇ ਉੱਪਰ ਪ੍ਰਭੂ ਦੇ ਨਾਮ ਦਾ ਸੌਦਾ ਲੱਦਿਆ ਹੈ, ਪਰ ਸੰਸਾਰ ਨੇ ਆਤਮਿਕ ਮੌਤ ਲਿਆਉਣ ਵਾਲੀ ਮਾਇਆ ਰੂਪ ਜ਼ਹਿਰ ਦਾ ਵਪਾਰ ਕੀਤਾ ਹੈ। ਉਰਵਾਰ ਪਾਰ ਕੇ ਦਾਨੀਆਂ, ਲਿਖ ਲੇਹੋ ਆਲ ਪਤਾਲ। ਮੋਹੇ ਜਮ ਡੰਡ ਨਾ ਲਾਗਈ, ਤਜੀਲੇ ਸਰਬ ਜੰਜਾਲ।
ਜੀਵਾਂ ਦੀਆਂ ਲੋਕ ਪਰਲੋਕ ਦੀਆਂ ਸਭ ਕਰਤੂਤਾਂ ਜਾਣਨ ਵਾਲੇ ਚਿੱਤਰਗੁਪਤੋ। ਕਹਿੰਦੇ ਮੇਰੇ ਬਾਰੇ ਜੋ ਤੁਹਾਡਾ ਜੀ ਕਰੇ ਲਿਖ ਲੈਣਾ। ਕਹਿਣ ਤੋਂ ਭਾਵ ਕਿ ਜਮਰਾਜ ਦੇ ਪਾਸ ਪੇਸ਼ ਕਰਨ ਦੇ ਲਈ ਮੇਰੇ ਕੰਮਾਂ ਦੇ ਵਿੱਚੋਂ ਤੁਹਾਨੂੰ ਕੋਈ ਜੀ ਗੱਲ ਲੱਭਣੀ ਨਹੀਂ, ਕਿਉਂਕਿ ਮੇਰੇ ਤੇ ਪ੍ਰਭੂ ਦੀ ਕਿਰਪਾ ਹੋਈ ਹੈ। ਮੈਂ ਸਾਰੇ ਜੰਜਾਲ ਛੱਡ ਦਿੱਤੇ ਹੋਏ ਹਨ, ਇਸ ਕਰਕੇ ਜਮ ਦਾ ਡੰਡ ਮੈਨੂੰ ਲੱਗਣਾ ਨਹੀਂ। ਜੈਸਾ ਰੰਗ ਕਸੁੰਭ ਕਾ ਤੈਸਾ ਇਉ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ ਕਉ ਰਵਿਦਾਸ ਚਮਾਰ। ਚਮਾਰ ਰਵਿਦਾਸ ਆਖਦਾ ਹੈ ਕਿ ਜਿਉਂ-ਜਿਉਂ ਮੈਂ ਰਾਮ ਨਾਮ ਦਾ ਵਣਜ ਕਰ ਰਿਹਾ ਹਾਂ, ਮੈਨੂੰ ਯਕੀਨ ਆ ਰਿਹਾ ਹੈ ਕਿ ਇਹ ਜਗਤ ਇਉਂ ਹੈ ਜਿਵੇਂ ਕਸੁੰਭੇ ਦਾ ਰੰਗ, ਜੋ ਕੁਝ ਸਮਾਂ ਹੀ ਰਹਿੰਦਾ ਹੈ ਫਿਰ ਢਲ ਜਾਂਦਾ ਹੈ, ਤੇ ਮੇਰੇ ਪਿਆਰੇ ਪ੍ਰਭੂ ਦਾ ਨਾਮ ਇਉਂ ਹੈ ਰੰਗ ਜਿਵੇਂ ਮਜੀਠ ਦਾ ਰੰਗ ਹੋਵੇ, ਜੋ ਪੱਕਾ ਰੰਗ ਹੈ, ਜੋ ਕਦੇ ਨਹੀਂ ਢਲਦਾ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 345ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਅੰਗ ਦੀ ਪਹਿਲੀ ਪੌੜੀ ਪੜ੍ਹਨ ਤੋਂ ਬਾਅਦ ਅਸੀਂ ਜੋ ਵਾਰ ਦਾ ਅਧਿਆਇ ਸੀ ਉਹਦੀ ਸਮਾਪਤੀ ਕੀਤੀ, ਤੇ ਉਸ ਤੋਂ ਬਾਅਦ ਭਗਤ ਬਾਣੀ ਦੀ ਸ਼ੁਰੂਆਤ ਹੋਈ। ਇੱਕ ਸ਼ਬਦ ਅਸੀਂ ਭਗਤ ਨਾਮਦੇਵ ਜੀ ਦਾ ਪੜ੍ਹਿਆ, ਜਿਸ ਦਾ ਭਾਵ ਅਰਥ ਬਣਦਾ ਸੀ ਕਿ ਸਿਮਰਨ ਦੀ ਵਡਿਆਈ ਦੇ ਨਾਲ ਬੜੇ ਬੜੇ ਕੁਕਰਮੀ ਤੇ ਨੀਚ ਕੁਲ ਬੰਦੇ ਵੀ ਤਰ ਜਾਂਦੇ ਹਨ। ਪਰਮਾਤਮਾ ਦੀ ਮਿਹਰ ਜਦ ਸਾਡੇ ਤੇ ਹੋ ਜਾਏ ਤੇ ਅਸੀਂ ਵਿਕਾਰਾਂ ਦੇ ਵਿੱਚੋਂ ਡੁੱਬੇ ਹੋਏ, ਵਿਕਾਰਾਂ ਦੇ ਵਿੱਚੋਂ ਬਾਹਰ ਆ ਜਾਂਦੇ ਹਾਂ, ਸੰਸਾਰ ਸਮੁੰਦਰ ਨੂੰ ਤਰ ਜਾਂਦੇ ਹਾਂ। ਤੇ ਅੱਗੇ 3 ਸ਼ਬਦ ਅਸੀਂ ਭਗਤ ਰਵਿਦਾਸ ਜੀ ਦੇ ਲਿਖੇ ਹੋਏ ਪੜ੍ਹੇ ਹਨ। ਪਹਿਲੇ ਸ਼ਬਦ ਦੇ ਵਿੱਚ ਭਗਤ ਰਵਿਦਾਸ ਜੀ ਉਸ ਪਰਮਾਤਮਾ ਦੇ ਅੱਗੇ ਅਰਜ਼ੋਈ ਕਰਦੇ ਹਨ, ਅਰਦਾਸ ਕਰਦੇ ਹਨ ਕਿ ਮੈਂ ਮੰਦ ਕਰਮੀ ਹਾਂ, ਤੇਰੀ ਸ਼ਰਨ ਆਇਆ ਹਾਂ। ਪਰਮਾਤਮਾ ਮੈਨੂੰ ਭੈੜੀ ਸੰਗਤ ਤੋਂ ਬਚਾ ਕੇ ਆਪਣੇ ਚਰਨਾਂ ਦੇ ਨਾਲ ਜੋੜ ਲੈ। ਦੂਸਰੇ ਸ਼ਬਦ ਦੇ ਵਿੱਚ ਬੇਗਮਪੁਰਾ ਸ਼ਹਿਰ ਜਾਣੀ ਕਿ ਉਸ ਆਤਮਿਕ ਅਵਸਥਾ ਦੀ ਗੱਲ ਕਰਦੇ ਹਨ ਜਿੱਥੇ ਮਨੁੱਖ ਸਥਿਰ ਹੋ ਜਾਂਦਾ ਹੈ, ਜਿੱਥੇ ਕੋਈ ਡਰ, ਚਿੰਤਾ, ਫਿਕਰ ਜਾਂ ਲਾਲਸਾਵਾਂ ਨਹੀਂ ਰਹਿ ਜਾਂਦੀਆਂ। ਸਿਰਫ ਤੇ ਸਿਰਫ ਪਰਮਾਤਮਾ ਦੇ ਨਾਮ ਦੀ ਭਗਤੀ ਹੁੰਦੀ ਹੈ, ਪ੍ਰਭੂ ਦੇ ਨਾਲ ਮਿਲਾਪ ਹੁੰਦਾ ਹੈ, ਆਨੰਦ ਹੀ ਆਨੰਦ ਹੁੰਦਾ ਹੈ ਉਸ ਅਵਸਥਾ ਦੇ ਵਿੱਚ। ਤੇ ਤੀਸਰੇ ਸ਼ਬਦ ਦੇ ਵਿੱਚ ਤੇ ਇਸ ਅੰਗ ਤੇ ਵਿਰਾਜਮਾਨ ਆਖਰੀ ਸ਼ਬਦ ਦੇ ਵਿੱਚ ਭਗਤ ਰਵਿਦਾਸ ਜੀ ਨਾਮ ਧਨ ਦੇ ਵਪਾਰ ਦੀ ਗੱਲ ਕਰਦੇ ਹਨ। ਦੱਸਦੇ ਹਨ ਕਿ ਲੋਕਾਂ ਨੇ ਮਾਇਆ ਰੂਪੀ ਜ਼ਹਿਰ ਦਾ ਵਪਾਰ ਕੀਤਾ ਹੈ, ਸੌਦਾ ਲੱਦਿਆ ਹੋਇਆ ਹੈ, ਪਰ ਮੈਂ ਆਪਣੇ ਮਾੜੇ ਜਿਹੇ ਵੈਲ ਤੇ ਸਾਡੇ ਕਮਜ਼ੋਰ ਜਿਹੇ ਮਨ ਤੇ ਪਰਮਾਤਮਾ ਦਾ ਨਾਮ ਧਨ ਰੂਪੀ ਭਾਰਾ ਸੌਦਾ ਲੱਦ ਲਿਆ ਹੈ। ਔਖੇ ਰਾਹਾਂ ਦੇ ਵਿੱਚ ਦੀ ਲੰਘਣਾ ਵੀ ਹੈ, ਪਰ ਪਰਮਾਤਮਾ ਜੀ ਤੁਹਾਡੇ ਅੱਗੇ ਅਰਦਾਸ ਹੈ, ਮੇਰੀ ਬਾਂਹ ਫੜਿਓ, ਮੇਰੀ ਸਹਾਇਤਾ ਕਰਿਓ ਕਿ ਮੈਂ ਇਸ ਸੌਦੇ ਦਾ ਵਪਾਰ ਕਰ ਸਕਾਂ, ਮੈਂ ਇਸ ਸੌਦੇ ਨੂੰ, ਮੈਂ ਆਪਣੇ ਟਾਂਗੇ ਨੂੰ ਔਖਿਆਂ ਰਾਹਾਂ ਦੇ ਵਿੱਚੋਂ ਵੀ ਲੰਘਾ ਸਕਾਂ। ਸੋ ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।